ਸ੍ਰੀ ਗੁਰੂ ਸਾਹਿਬ ਜੀ। ਤਨ ਬਿਨਾ ਜੈਸੇ ਥੋਥਰ ਦੁਖਾ, ਨਾਮ ਬਿਹੂਨ ਸੁਨੇ ਸੇ ਮੁਖਾ। ਹਰ ਹਰ ਨਾਮ ਜਪੋ ਨਿਤ ਪ੍ਰਾਣੀ, ਨਾਮ ਬਿਹੂਨ ਤ੍ਰਿਗ ਦੇ ਬਿਗਾਨੀ। ਨਾਮ ਬਿਨਾ ਨਾਹੀ ਮੁਖ ਭਾਗ, ਪਰਤ ਬਿਹੂਨ ਕਹ ਸੁਹਾਗ। ਨਾਮ ਵਿਸਾਰ ਲਗੈ ਅਨਸੁਆਹੀ, ਤਾਕੀ ਆਸ ਨ ਬੁਝੈ ਕਾਈ। ਕਰ ਕਿਰਪਾ ਪ੍ਰਭ ਆਪਣੀ ਦਾਤ, ਨਾਨਕ ਨਾਮ ਜਪੈ ਦਿਨ ਰਾਤ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਰੀ ਬਾਣੀ, ਗੁਰੂ ਪਿਆਰੀ ਗੁਰੂ ਸਵਾਰੀ, ਗੁਰੂ ਦਾ ਖਾਸ ਰੂਪ ਸਤਿਸੰਗ ਜੀਓ। ਸਰਬੱਤ ਸਿੱਖ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ। ਆਇਆਂ ਆਖਿਆ ਜਾਂਦਾ ਹੈ। ਸੋ ਆਓ ਗੁਰੂ ਪਿਆਰਿਓ, ਰਲ ਕੇ ਸਤਿਗੁਰਾਂ ਦੇ ਵਚਨਾਂ ਦੇ ਨਾਲ ਸਾਂਝ ਪਾਈਏ। ਸ਼ਲੋਕ ਟੂਟੀ ਬੰਧਨ ਜਾਸ ਕੇ, ਹੋਆ ਸਾਧੂ ਸੰਗ। ਜੋ ਰਾਤੀ ਰੰਗ ਏਕ ਕੈ, ਨਾਨਕ ਗੂੜਾ ਅਰੰਗ। ਟੂਟੇ ਬੰਧਨ ਜਾਸ ਕੇ, ਜਾਸ ਕੇ ਦਾ ਭਾਵ ਹੁੰਦਾ ਹੈ ਜਿਸ ਮਨੁੱਖ ਦੇ। ਗੂੜਾ ਰੰਗ ਦਾ ਭਾਵ ਹੁੰਦਾ ਹੈ ਪੱਕਾ ਰੰਗ। ਜੋ ਰਾਤੀ ਰੰਗ ਏਕ ਕੈ, ਨਾਨਕ ਗੂੜਾ ਰੰਗ। ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਇਹਨਾਂ ਬਚਨਾਂ ਦੇ ਨਾਲ ਬਖਸ਼ਿਸ਼ ਕਰਦੇ। ਪਾਸਕ ਦੀ ਜਿਸ ਮਨੁੱਖ ਦੇ ਮਾਇਆ ਦੇ ਬੰਧਨ ਟੁੱਟਣ ਤੇ ਆਉਂਦੇ ਨੇ, ਜਿਸ ਮਨੁੱਖ ਦੇ ਮਾਇਆ ਦੇ ਬੰਧਨ ਟੁੱਟਣ ਤੇ ਆਉਂਦੇ ਨੇ, ਉਸ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਉਸ ਮਨੁੱਖ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ। ਪਾਸਕ ਦੀ ਹੀ ਨਾਨਕਾ ਗੁਰੂ ਦੀ ਸੰਗਤ ਵਿੱਚ ਰਹਿ ਕੇ ਵੀ ਜੋ ਇੱਕ ਪਰਮੇਸ਼ਰ ਦੇ ਪਿਆਰ ਰੰਗ ਵਿੱਚ ਰੰਗੇ ਜਾਂਦੇ ਨੇ, ਤੇ ਉਹ ਰੰਗ ਐਸਾ ਗੂੜਾ ਹੁੰਦਾ ਹੈ ਜੋ ਕਿ ਕਦੇ ਉਤਰਦਾ ਹੀ ਨਹੀਂ। ਤੇ ਪੌੜੀ ਦੇ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਰਾਰਾ ਰੰਗੋ ਕਿਆ ਮਨ ਆਪਣਾ, ਹਰ ਹਰ ਨਾਮ ਜਪੋ ਜਪ ਰਸਨਾ। ਰੇ ਰੇ ਦਰਗਹ ਕਾਹੈ ਨ ਕੋ, ਆਓ ਬੈਠ ਆਦਰ ਸੁਖਦੀ। ਊਆ ਮੈਨੀ ਪਾਗਲ ਤੂੰ ਵਾਸਾ, ਜਨਮ ਮਰਨ ਨ ਹੋਈ ਵਿਨਾਸ਼। ਮਸਤਕ ਕਰਮ ਲਿਖਿਓ ਧੁਰ ਜਾਗੈ,
हर संपै नानक घर ताकै। इस पौड़ी के द्वारा सतगुरु अर्जन देव महाराज साहिब बख्शे करते ने, पासक ने ही भाई अपनी जीव के नाल सदा परमात्मा के नाम का जाप जपो, अपनी जीभा के नाल। जदों तुसी जीभा के नाल परमात्मा के नाम का जाप जपोगे ना, तो इस तरह अपने इस मन को परमेश्वर नाम के रंग में रंगो। अपने मन जदों तुसी अपने मन को परमेश्वर के नाम के रंग में रंग लिया, तब परमेश्वर की हजूरी में तुहानू कोई नरादरी दे बोल नहीं बोलेगा, भाव तुहाडा उत्थे मुख उजले होना है, तुहानू उत्थे नीवी नहीं पाउणी पैगी, सगों चंगा आदर मिलेगा। कहणगे कि आओ भाई बैठ जाओ। सतगुरु अर्जन देव महाराज के बचन ने भी जदों तुसीं प्रेम के रंग विच रंगे गए, अपनी जीभा के द्वारा जाप जपण लग पे, फिर तुहानू परमेश्वर की हजूरी दे विच नरादरी का सामना नहीं करना पैना। उत्थे तुहानू जीआं नूं आख्या जाओ, आख्या जाना ते तुहानू कहणगे आओ भाई बैठो। सतगुरु कहंदे हे भाई, जे तू नाम दे विच मन रंग लेना, तैनूं परमेश्वर की हजूरी विच टिकाणा मिल जाएगा। उआ मैली पावै तू बासा, जन्म मरण न होए विनाशा। हे भाई, जे तू नाम दे विच मन रंग लए, तां तैनूं परमेश्वर की हजूरी विच टिकाणा मिल जाएगा। ना जन्म मरण का गेड़ रह जाएगा, ना ही कदे आत्मक मौत होगी। पर ही नानक धुरों ही जिस मनुख के मत्थे दे उत्ते परमेश्वर की मेहर का लेख लिखिया उगड़दा, उसे दी हिरदे दे विच ये नाम धन इकट्ठा होता है। नाम धन इकट्ठा होता है उसके हिरदे दे विच। अगे सतगुरु फिर बख्शत करते हैं, सलोक लालच झूठ विकार मोह, व्यापत रूढ़े अंदर, लाग परे दुर्गंध स्यो, नानक माया बंध। लाल झूठ विकार व्यापत रूढ़े अंदर। व्यापत का भाव होंदा सस जी जोर पा लेंदे ने। अंध का भाव होंदा अकलहीन, जिन्हां दे ज्ञान नेत्र बंद ने। दुर्गंध का भाव होंदा गंदगी, मंदे कर्म। बंध का भाव होंदा बंधन। लाल झूठ विकार मोह, व्यापत रूढ़ी अंध, लाग परे दुर्गंध स्यों, नानक माया बंध। सतगुरु कहते ही नानक, जो मनुख माया के मोह के बंधना विच फस जाते हैं, हे नानक, जो मनुख माया के मोह के बंधना के विच फस जाते हैं, उन्हां ज्ञानहीन मूर्खां दे उत्ते लालच झूठ विकार मोह आदि का जोर पा लेंदे ने, ते ओ मंदे कामां दे विच लगे रहंदे ने, माड़े
ਕੰਮਾਂ ਦੇ ਵਿੱਚ ਉਹ ਮਨੁੱਖ ਲੱਗੇ ਰਹਿੰਦੇ ਨੇ ਜਿਨ੍ਹਾਂ ਤੇ ਲਾਲਚ, ਝੂਠ, ਵਿਕਾਰ, ਮੋਹ, ਜਿਨ੍ਹਾਂ ਤੇ ਆਪਣਾ ਜ਼ੋਰ ਪਾ ਲੈਂਦੇ ਨੇ। ਤੇ ਪੌੜੀ ਦੇ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਲੱਲਾ ਲਪਟ ਵੇਖੈ ਰਸ ਮਾਤੀ, ਲੱਲਾ ਲਪਟ ਵੇਖੈ ਰਸ ਰਾਤੀ, ਅਹਮਦ ਮਾਇਆ ਮਦ ਮਾਤੇ। ਕਿਆ ਮਾਇਆ ਮੈਂ ਜਨਮੈ ਮਰਨਾ, ਜਿਉਂ ਜਿਉਂ ਹੁਕਮ ਤਿਬੈ ਤਿਉਂ ਕਰਨਾ। ਕੋ ਔਰਨਾ ਕੋ ਪੂਰਾ, ਕੋ ਸੋ ਘਰ ਨਾ ਕੋ ਮੂਰਾ। ਜਿਤਿ ਲਾਭੋ ਤਿਤਿ ਲਗਨਾ, ਨਾਨਕ ਠਾਕੁਰ ਸਦਾ ਅਲਪਨਾ। ਲਪਟ ਦਾ ਭਾਵ ਹੁੰਦਾ ਚਮੜੇ ਹੋਏ, ਲੱਲਾ ਲਪਟ ਵਿਖੈ ਰਸ ਰਾਤੇ। ਵਿਖ ਰਸ ਦਾ ਭਾਵ ਹੁੰਦਾ ਵਿਸ਼ਿਆਂ ਦੇ ਸਵਾਦ। ਸਤਿਗੁਰੂ ਕਹਿੰਦੇ ਜਿਹੜੇ ਮਨੁੱਖ ਮਾਇਆ ਦੇ ਨਸ਼ੇ ਦੇ ਵਿੱਚ ਮਸਤ ਰਹਿੰਦੇ ਨੇ, ਜਿਹੜੇ ਮਨੁੱਖ ਮਾਇਆ ਦੇ ਨਸ਼ੇ ਦੇ ਵਿੱਚ ਮਸਤ ਰਹਿੰਦੇ ਨੇ, ਜਿਨ੍ਹਾਂ ਦੀ ਅਕਲ ਉੱਤੇ ਹੰਕਾਰ ਦਾ ਪਰਦਾ ਪੈ ਜਾਂਦਾ ਹੈ, ਉਹ ਮਨੁੱਖ ਵਿਸ਼ਿਆਂ ਦੇ ਸਵਾਦਾਂ ਵਿੱਚ ਚੰਬੜੇ ਰਹਿੰਦੇ ਨੇ ਤੇ ਇਸ ਮਾਇਆ ਦੇ ਵਿੱਚ ਫਸ ਕੇ ਉਹ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦੇ ਨੇ। ਪਰ ਸਤਿਗੁਰੂ ਕਹਿੰਦੇ ਜੀਵ ਦੇ ਕੀ ਵਸ ਹੈ? ਇਸ ਮਨੁੱਖ ਦੇ ਬਸ ਦੇ ਵਿੱਚ ਵੀ ਕੀ ਹੈ? ਜਿਵੇਂ ਜਿਵੇਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਰਜ਼ਾ ਹੁੰਦੀ ਹੈ, ਤਿਵੇਂ ਤਿਵੇਂ ਜੀਵ ਕਰਮ ਕਰਦੇ ਨੇ। ਜਿਵੇਂ ਉਸ ਪਰਮਾਤਮਾ ਦਾ ਹੁਕਮ ਹੁੰਦਾ ਹੈ, ਉਸ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਜੀਵ ਕਰਮ ਕਰਦੇ ਨੇ। ਆਪਣੀ ਚਤੁਰਾਈ ਦੇ ਨਾਲ ਨਾ ਕੋਈ ਜੀਵ ਪੂਰਨ ਹੋ ਸਕਦਾ ਤੇ ਨਾ ਹੀ ਕੋਈ ਕਮਜ਼ੋਰ ਰਹਿ ਸਕਦਾ, ਨਾ ਕੋਈ ਆਪਣੇ ਬਲ ਆਸਰੇ ਸਿਆਣਾ ਹੋ ਗਿਆ ਤੇ ਨਾ ਕੋਈ ਮੂਰਖ ਰਹਿ ਗਿਆ। ਇਹ ਸਭ ਰਜ਼ਾ, ਇਹ ਸਭ ਹੁਕਮ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਵਰਤ ਰਿਹਾ ਹੈ, ਜਿਹੜਾ ਪਰਮੇਸ਼ਰ ਸਾਰਿਆਂ ਜੀਵਾਂ ਦੇ ਵਿੱਚ ਵਿਆਪਕ ਹੈ। ਜਿਵੇਂ ਪਰਮੇਸ਼ਰ ਦਾ ਹੁਕਮ ਹੁੰਦਾ ਹੈ, ਅਸੀਂ ਜੀਵ ਸਾਰੇ ਉਸੇ ਤਰ੍ਹਾਂ ਦੇ ਹੀ ਕਾਰਜ ਕਰਦੇ ਹਾਂ। ਸਤਿਗੁਰੂ ਕਹਿੰਦੇ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਸ ਜਿਸ ਪਾਸੇ ਤੋਂ ਜੀਵਾਂ ਨੂੰ ਪ੍ਰੇਰਦਾ ਹੈ, ਪ੍ਰੇਰ ਕੇ ਜਿਹੜੇ ਪਾਸੇ ਵੀ ਜੀਵਾਂ ਨੂੰ ਤੂੰ ਲਾਉਣਾ ਹੈ, ਇਹ ਜੀਵ ਵਿਚਾਰੇ ਉਧਰ ਹੀ ਲੱਗ ਜਾਂਦੇ ਨੇ। ਹੇ ਨਾਨਕ, ਕੈਸੀ ਹੈਰਾਨ ਕਰਨ ਵਾਲੀ ਖੇਡ ਹੈ। ਹੇ ਨਾਨਕ, ਕੈਸੀ ਅਚਰਜ ਖੇਡ ਹੈ। ਸਭ ਜੀਵਾਂ ਦੇ ਵਿੱਚ ਬੈਠ ਕੇ ਉਹ ਪਾਲਣਹਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪ੍ਰੇਰਣਾ ਕਰ ਰਿਹਾ ਹੈ ਜੀਵਾਂ ਦੇ ਧਾਰੀ। ਫਿਰ ਵੀ ਪਰਮੇਸ਼ਰ ਆਪ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਉਹ ਮਾਇਆ ਦੇ ਪ੍ਰਭਾਵ ਦੇ ਵਿੱਚ ਨਹੀਂ ਆਉਂਦਾ, ਉਹ ਪਰਮੇਸ਼ਰ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਫਿਰ ਬਖਸ਼ਿਸ਼ ਕਰਦੇ ਨੇ। ਪਸਤ ਦੀ ਲਾਲ ਗੋਪਾਲ ਗੋਬਿੰਦ ਪ੍ਰਭ, ਗਹਿਰ ਕਾ ਭੀਰ ਅਥਾਹ, ਦੂਸਰ ਨਾਹੀ ਅਬਰ ਕੋ, ਨਾਨਕ ਵੀ ਪ੍ਰਵਾਹ। ਲਾਲ ਦਾ ਭਾਵ ਹੁੰਦਾ ਪਿਆਰਾ, ਗੋਪਾਲ ਦਾ ਭਾਵ ਹੁੰਦਾ ਧਰਤੀ ਦਾ ਪਾਲਣਹਾਰ। ਗੋ ਪਲਸ ਪਾਲ, ਗੋ ਦਾ ਭਾਵ ਹੁੰਦਾ ਧਰਤੀ, ਪਾਲ ਦਾ ਭਾਵ ਹੁੰਦਾ ਪਾਲਣਹਾਰ। ਗੋ ਪਲਸ ਪਾਲ, ਗੋਪਾਲ।
ਗਹਿਰ ਦਾ ਭਾਵ ਹੁੰਦਾ ਸਾਸਨ ਜੀ ਡੂੰਘਾ। ਜਿਸ ਦਾ ਭੇਦ ਨਾ ਪਾਇਆ ਜਾ ਸਕੇ ਉਹਨੂੰ ਕਹਿੰਦੇ ਨੇ ਗਹਿਰ। ਗੰਭੀਰ ਦਾ ਭਾਵ ਹੁੰਦਾ ਵੱਡੇ ਜਿਗਰੇ ਵਾਲਾ। ਬੇਪਰਵਾਹ ਦਾ ਭਾਵ ਹੁੰਦਾ ਫਿਕਰ ਤੋਂ ਬੇਪਰਵਾਹ, ਕੋਈ ਚਿੰਤਾ ਜਿਹਨੂੰ ਨਾ ਹੋਵੇ ਉਹਨੂੰ ਕਹਿੰਦੇ ਨੇ ਬੇਪਰਵਾਹ। ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹ, ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ। ਸਤਿਗੁਰੂ ਕਹਿੰਦੇ ਪਰਮਾਤਮਾ ਦਾ ਪਿਆਰਾ, ਪਰਮਾਤਮਾ ਸਭ ਦਾ ਪਿਆਰਾ ਹੈ। ਉਹ ਪਰਮੇਸ਼ਰ ਸਭ ਦਾ ਪਿਆਰਾ ਹੈ। ਸ੍ਰਿਸ਼ਟੀ ਦਾ ਰੱਖਿਅਕ ਹੈ, ਧਰਤੀ ਦਾ ਰੱਖਿਅਕ ਹੈ ਪਰਮਾਤਮਾ। ਉਹ ਅੰਤਰਜਾਮੀ ਹੈ, ਸਭ ਦੇ ਦਿਲ ਦੀ ਜਾਣਨ ਵਾਲਾ ਹੈ ਉਹ ਪਰਮਾਤਮਾ। ਤੇ ਐਸੇ ਪਰਮਾਤਮਾ ਦਾ ਭੇਦ ਨਹੀਂ ਪਾਇਆ ਜਾ ਸਕਦਾ। ਉਹ ਪਰਮਾਤਮਾ ਵੱਡੀ ਜਿਗਰੀ ਵਾਲਾ ਹੈ। ਉਹ ਇੱਕ ਐਸਾ ਸਮੁੰਦਰ ਸਮਝੋ ਜਿਸ ਦੀ ਹਾਥ ਨਹੀਂ ਪੈਂਦੀ, ਕੋਈ ਚਿੰਤਾ ਫਿਕਰ ਉਸਦੇ ਨੇੜੇ ਨਹੀਂ ਢੁਕਦੀ। ਹੇ ਨਾਨਕ, ਉਸ ਪਰਮੇਸ਼ਰ ਦੇ ਵਰਗਾ ਕੋਈ ਹੋਰ ਦੂਸਰਾ ਨਹੀਂ ਹੈ। ਪੌੜੀ ਦੇ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਲੱਲਾ ਤਾਂਕਾ ਲਵੈ ਨਾ ਕੋ, ਏਕੈ ਆਪ ਅਵਰ ਨਹੀਂ ਹੋ। ਹੋਵਨਹਾਰ ਹੋਤ ਜਾ ਸਦ ਆਇਆ, ਉਆਂ ਕਾ ਅੰਤ ਨ ਕਾਹੂ ਪਾਇਆ। ਕੀਟ ਹਦ ਮੈਂ ਪੂਰ ਸਮਾਨੋ, ਪ੍ਰਗਟ ਪੁਰਖ ਸਭ ਨਾਉ ਜਾਣੈ। ਜਾਗੋ ਦੀਨੋ ਹਰ ਰਸ ਆਪਣਾ, ਨਾਨਕ ਗੁਰਮੁਖ ਹਰ ਹਰ ਤੇ ਜਪਨਾ। ਸਤਿਗੁਰੂ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਲੱਲਾ ਤਾਕੈ ਲਵੈ ਨਾ ਕੋ। ਲਵੈ ਦਾ ਭਾਵ ਹੁੰਦਾ ਹੈ ਬਰਾਬਰ ਦਾ, ਸਮਾਨ ਦਾ। ਹੋਵਨਹਾਰ ਦਾ ਭਾਵ ਹੁੰਦਾ ਹੈ ਹੋਂਦ ਵਾਲਾ, ਕੰਮ ਦਾ ਭਾਵ ਹੁੰਦਾ ਕਿਸੇ ਨੇ ਵੀ ਨਹੀਂ। ਉਸ ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਆਪਣੇ ਵਰਗਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪਣੀ ਵਰਗਾ ਹੀ ਹੈ। ਆਪ ਹੀ ਉਹ ਆਪ ਵਰਗਾ ਹੈ ਤੇ ਉਸ ਵਰਗਾ ਹੋਰ ਕੋਈ ਨਹੀਂ। ਸਦਾ ਤੋਂ ਹੀ ਉਹ ਪਰਮੇਸ਼ਰ ਹੋਂਦ ਵਾਲਾ ਚਲਿਆ ਆ ਰਿਹਾ ਹੈ। ਉਹਦੀ ਹੋਂਦ ਬਰਕਰਾਰ ਹੈ। ਕਿਸੇ ਨੇ ਉਸਦੀ ਹਸਤੀ ਦਾ ਅਖੀਰਲਾ ਬੰਨਾ ਨਹੀਂ ਲੱਭਿਆ। ਭਾਵ ਪਰਮੇਸ਼ਰ ਦਾ ਉਰਲਾ ਪਾਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ। ਕੀੜੀ ਤੋਂ ਲੈ ਕੇ ਹਾਥੀ ਤੱਕ ਸਭ ਦੇ ਵਿੱਚ ਪੂਰਨ ਤੌਰ ਤੇ ਪਰਮੇਸ਼ਰ ਵਿਆਪਕ ਹੈ। ਕੀੜੀ ਤੋਂ ਲੈ ਕੇ ਸਭ ਤੋਂ ਛੋਟਾ ਜੋ ਜੀਵ ਹੈ ਉਹ ਹੈ ਕੀੜੀ, ਤੇ ਸਭ ਤੋਂ ਵੱਡਾ ਹਾਥੀ। ਸਤਿਗੁਰੂ ਕਹਿੰਦੇ ਕੀੜੀ ਤੋਂ ਲੈ ਕੇ ਹਾਥੀ ਦੇ ਤੱਕ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਭ ਦੇ ਵਿੱਚ ਵਿਆਪਕ ਹੈ। ਉਹ ਸਰਵ ਵਿਆਪਕ ਪਰਮਾਤਮਾ ਹਰ ਥਾਂ ਪ੍ਰਤੱਖ ਜਾਪ ਰਿਹਾ ਹੈ। ਹੀ ਨਾਨਕਾ, ਜਿਸ ਬੰਦੇ ਨੂੰ ਪਰਮੇਸ਼ਰ ਨੇ ਆਪਣੇ ਨਾਮ ਦਾ ਸਵਾਦ ਬਖਸ਼ਿਆ ਹੈ, ਜਿਸ ਮਨੁੱਖ ਤੇ ਕਿਰਪਾ ਕੀਤੀ, ਜਿਸ ਮਨੁੱਖ ਨੂੰ ਆਪਣੇ ਨਾਮ ਦੇ ਵਿੱਚ ਜੋੜਿਆ ਪਰਮੇਸ਼ਰ ਨੇ,
ਉਹ ਬੰਦਾ ਗੁਰੂ ਦੀ ਸ਼ਰਨ ਪੈ ਕੇ ਸਦਾ ਉਸ ਪਰਮਾਤਮਾ ਨੂੰ ਜਪਦਾ ਰਹਿੰਦਾ। ਅੱਗੇ ਸਤਿਗੁਰੂ ਫਿਰ ਬਖਸ਼ਿਸ਼ ਕਰਦੇ ਨੇ, ਸ਼ਲੋਕ ਆਤਮ ਰਸ ਜੀ ਜਾਣਿਆ, ਹਰ ਰੰਗ ਸਹਿਜੇ ਮਾਨ, ਨਾਨਕ ਧੰਨ 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 ਜਨ ਆਏ ਤੇ ਪ੍ਰਭਾ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਵਚਨਾਂ ਦੇ ਨਾਲ ਬਖਸ਼ਿਸ਼ ਕਰਦੇ ਕਿ ਆਤਮ ਰਸ ਜੀ ਜਾਣਿਆ, ਹਰ ਰੰਗ ਸਹਿਜੇ ਮਾਨ। ਸਤਿਗੁਰੂ ਕਹਿੰਦੇ ਹੀ ਨਾਨਕਾ, ਜਿਹੜੇ ਬੰਦੇ ਅਡੋਲ ਅਵਸਥਾ ਦੇ ਵਿੱਚ ਟਿਕ ਕੇ ਪਰਮੇਸ਼ਰ ਦੀ ਯਾਦ ਦਾ ਸਵਾਦ ਮਾਣਦੇ ਨੇ, ਜਿਹੜੇ ਬੰਦੇ ਅਡੋਲ ਅਵਸਥਾ ਦੇ ਵਿੱਚ ਟਿਕ ਕੇ ਪਰਮੇਸ਼ਰ ਦੀ ਯਾਦ ਦਾ ਸਵਾਦ ਮਾਣਦੇ ਨੇ, ਜਿਨ੍ਹਾਂ ਨੇ ਇਸ ਆਤਮਿਕ ਆਨੰਦ ਦੇ ਨਾਲ ਸਾਂਝ ਪਾਈ, ਉਹ ਮਨੁੱਖ ਵੱਡੇ ਭਾਗਾਂ ਵਾਲੇ ਨੇ, ਉਹ ਮਨੁੱਖ ਸੋਹਣੇ ਜੀਵਨ ਵਾਲੇ ਨੇ। ਤੇ ਉਹਨਾਂ ਦਾ ਜਗਤ ਦੇ ਵਿੱਚ ਜੰਮਣਾ ਸਤਿਗੁਰੂ ਕਹਿੰਦੇ ਸਫਲ ਹੈ, ਉਹਨਾਂ ਦਾ ਮਾਤ ਲੋਕ ਤੇ ਆਉਣਾ ਸਫਲ ਹੈ। ਤੇ ਪੌੜੀ ਦੇ ਵਿੱਚ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਆਇਆ ਸਫਲ ਤਾਹੂ ਭੋਗਣੀਐ, ਜਾਸ ਰਸਨ ਹਰ ਹਰ ਜਸ ਭਣੀਐ, ਆਈ ਬਸੀ ਸਾਧੂ ਕੈ ਸੰਗੀ, ਅਨੰਦਨ ਨਾਮ ਧਿਆਵੈ ਰੰਗੀ, ਆਦਿ ਸੂਜਨ ਨਾਮੀ ਰਾਤਾ, ਜਾਗੂ ਦਇਆ ਮਇਆ ਵਿਧਾਤਾ, ਇਕੈ ਆਵਣ ਜਿਨ ਫਿਰ ਜੋਨ ਨਾ ਆਇਆ, ਨਾਨਕ ਹਰਿ ਕੈ ਦਰਸ ਸਮਾਇਆ। ਪੌੜੀ ਦੇ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਕਹਿੰਦੇ ਜਗ ਦੇ ਵਿੱਚ, ਸੰਸਾਰ ਦੇ ਵਿੱਚ ਉਸੇ ਮਨੁੱਖ ਦਾ ਆਉਣਾ ਨੇਪਰੇ ਚੜਿਆ ਜਾਣੋ, ਜਾਂ ਉਹ ਮਨੁੱਖ ਅਸਲ ਦੇ ਵਿੱਚ ਜਨਮ ਲੈ ਕੇ ਆਇਆ ਸਮਝੋ, ਜਿਸ ਦੀ ਜੀਵ ਸਦਾ ਪਰਮਾਤਮਾ ਦੀ ਸਲਾਹ ਕਰਦੀ ਰਹਿੰਦੀ ਹੈ, ਬਾਣੀ ਪੜ੍ਹਦੀ ਰਹਿੰਦੀ ਹੈ, ਪਰਮਾਤਮਾ ਦੇ ਨਾਮ ਨੂੰ ਉਚਾਰਨ ਕਰਦੀ ਰਹਿੰਦੀ ਹੈ, ਉਹਦਾ ਜੰਮਣਾ ਸਫਲ ਹੈ ਉਸ ਮਨੁੱਖ ਦਾ। ਤੇ ਹੁਣ ਅਸੀਂ ਆਪਣੇ ਅੰਦਰ ਵੀ ਝਾਤੀ ਮਾਰ ਲਈਏ ਨਾ, ਕਿ ਅਸੀਂ ਆਪਣੀ ਜੀਵਾ ਦੇ ਨਾਲ ਕਿੰਨੀ ਕੀ ਬਾਣੀ ਪੜ੍ਹਦੇ ਆ, ਤੇ ਕਿੰਨੀ ਕੁ ਅਸੀਂ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਾਂ। ਆਪਣੇ ਅੰਦਰ ਝਾਤ ਮਾਰ ਲੈਣੀ ਚਾਹੀਦੀ ਹੈ ਕਿ ਅਸੀਂ ਜਿਹੜਾ ਸਾਨੂੰ ਮਨੁੱਖਾ ਜਨਮ ਮਿਲਿਆ, ਇਹਦੇ ਮਨੋਰਥ ਨੂੰ ਸਮਝ ਲੈ। ਪ੍ਰਸ਼ਨ ਬਾਤ ਨਿਸ਼ਾਨੀ ਕਿ ਅਸੀਂ ਜਿਹੜੇ ਮਨੋਰਥ ਬਾਤ ਦੇ ਸੰਸਾਰ ਤੇ ਜਨਮ ਲੈ ਕੇ ਆਏ ਹਾਂ, ਅਸੀਂ ਉਸ ਮਨੋਰਥ ਨੂੰ ਪੂਰਨ ਕਰ ਰਹੇ ਹਾਂ, ਇਹ ਵੀ ਝਾਤੀ ਮਾਰਨ ਦੀ ਲੋੜ ਹੈ। ਸੰਸਾਰ ਦੇ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਗ ਦੇ ਵਿੱਚ ਉਹਨਾਂ ਦਾ ਜੰਮਣਾ ਸਫਲ ਹੈ, ਜਿਹੜੇ ਮਨੁੱਖ ਆਪਣੀ ਜੀਵ ਦੇ ਨਾਲ ਪਰਮਾਤਮਾ ਦੀ ਵਡਿਆਈ ਦੇ ਗੀਤ ਗਾਉਂਦੇ ਨੇ, ਜਿਹੜੇ ਬੰਦੇ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਟਿਕਦੇ ਨੇ, ਉਹ ਹਰ ਵੇਲੇ ਪਿਆਰ ਦੇ ਨਾਲ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਨੇ। ਤੇ ਜਿਸ ਮਨੁੱਖ ਦੇ ਉੱਤੇ ਸਿਰਜਣਹਾਰ ਪਰਮਾਤਮਾ ਨੇ ਮਿਹਰ ਦੀ ਕਿਰਪਾ ਕੀਤੀ, ਉਹ ਸਦਾ ਪਰਮਾਤਮਾ ਦੇ ਨਾਮ ਦੇ ਵਿੱਚ ਉਹ ਮਨੁੱਖ ਮਸਤ ਰਹਿੰਦਾ ਹੈ। ਤੇ ਜਗ ਦੇ ਵਿੱਚ ਉਹੀ ਆਇਆ ਸਮਝੋ, ਉਹਦਾ ਆਉਣਾ ਚੰਗਾ ਸਮਝੋ, ਜਿਹਨੇ ਪਰਮਾਤਮਾ ਦੀ ਵਡਿਆਈ ਦੇ ਗੀਤ ਗਾਏ ਨੇ। ਹੀ ਨਾਨਕਾ, ਜੋ ਮਨੁੱਖ ਪਰਮਾਤਮਾ ਦੇ ਦੀਦਾਰ ਵਿੱਚ ਲੀਨ ਰਹਿੰਦਾ ਹੈ, ਜਗ ਦੇ ਵਿੱਚ ਉਸ ਦਾ ਜਨਮ ਇੱਕੋ ਵਾਰੀ ਹੁੰਦਾ ਹੈ, ਤੇ ਉਹ ਮਨੁੱਖ
ਮੁੜ ਮੁੜ ਕੇ ਫਿਰ ਜੂਨਾਂ ਦੇ ਵਿੱਚ ਨਹੀਂ ਆਉਂਦਾ। ਉਹ ਮਨੁੱਖ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ। ਇਹ ਸਨ ਬਚਨ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ।